ਬੇਟਾ ਅਸੀਂ ਅੱਜ ਦੇ ਪ੍ਰੈਕਟੀਕਲ ਵਿੱਚ MS ਵਰਡ ਵਿੱਚ ਟੇਬਲ ਅਤੇ ਟੇਬਲ ਨਾਲ ਕੰਮ ਕਰਨ ਬਾਰੇ ਸਿੱਖਾਂਗੇ। ਸੋ ਸਭ ਤੋਂ ਪਹਿਲਾਂ ਜਾਣੀਏ ਕਿ ਟੇਬਲ ਕੀ ਹੈ। ਬੇਟਾ ਟੇਬਲ ਇੱਕ ਅਜਿਹੀ ਬਣਤਰ ਹੈ ਜਿਸ ਵਿੱਚ ਟੈਕਸਟ ਅਤੇ ਨੂਮੈਰਿਕ ਸੂਚਨਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਜਿਸ ਨਾਲ ਕਿ ਉਸ ਸੂਚਨਾ ਨੂੰ ਪੜ੍ਹਨਾ ਅਤੇ ਸਮਝਣਾ ਬਹੁਤ ਹੀ ਆਸਾਨ ਹੋ ਜਾਂਦਾ ਹੈ। ਉਂਝ ਤਾਂ ਅਸੀਂ ਸੂਚਨਾ ਨੂੰ ਬਿਨਾਂ ਟੇਬਲ ਤੋਂ ਵੀ ਦਰਸਾ ਸਕਦੇ ਹਾਂ, ਪਰ ਬਿਨਾਂ ਟੇਬਲ ਤੋਂ ਪ੍ਰਦਰਸ਼ਿਤ ਸੂਚਨਾ ਪੜ੍ਹਨੀ ਅਤੇ ਸਮਝਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਜਿਵੇਂ ਕਿ ਇਹ ਸੂਚਨਾ, ਇਸ ਵਿੱਚ ਸੂਚਨਾ ਨੂੰ ਨਾ ਸਿਰਫ ਸਮਝਣਾ ਬਲਕਿ ਪੜ੍ਹਨਾ ਵੀ ਬਹੁਤ ਮੁਸ਼ਕਿਲ ਹੈ। ਪਰ ਇਹੀ ਸੂਚਨਾ ਜੇਕਰ ਮੈਂ ਤੁਹਾਨੂੰ ਇਸ ਤਰ੍ਹਾਂ ਦਿਖਾਵਾਂ ਤਾਂ ਤੁਸੀਂ ਬਹੁਤ ਹੀ ਆਸਾਨੀ ਨਾਲ ਇਸ ਨੂੰ ਪੜ੍ਹ ਕੇ ਸਮਝ ਲਵੋਗੇ। ਬੇਟਾ ਟੇਬਲ ਇੱਕ ਗ੍ਰਿਡ ਹੁੰਦੀ ਹੈ ਜਿਸ ਵਿੱਚ ਸੂਚਨਾ ਰੋ ਅਤੇ ਕਾਲਮ ਵਿੱਚ ਦਿਖਾਈ ਜਾਂਦੀ ਹੈ। ਰੋ ਸੂਚਨਾ ਦੀਆਂ ਉਹ ਲੇਟਵੀਆਂ ਲਾਈਨਾਂ ਹਨ ਜੋ ਖੱਬੇ ਤੋਂ ਸੱਜੇ ਭਾਵ ਲੈਫਟ ਤੋਂ ਰਾਈਟ ਵੱਲ ਦਿਖਾਈ ਦਿੰਦੀਆਂ ਹਨ, ਅਤੇ ਕਾਲਮ ਸੂਚਨਾ ਦੀਆਂ ਖੜਵੀਆਂ ਲਾਈਨਾਂ ਹਨ ਜੋ ਉੱਪਰ ਤੋਂ ਹੇਠਾਂ ਵੱਲ ਦਿਖਾਈ ਦਿੰਦੀਆਂ ਹਨ। ਇਹ ਤਾਂ ਸੀ ਟੇਬਲ ਬਾਰੇ। ਹੁਣ ਅਸੀਂ ਟੇਬਲ ਨਾਲ ਕੰਮ ਕਰਨਾ ਸਿੱਖਾਂਗੇ। ਸਭ ਤੋਂ ਪਹਿਲਾਂ ਅਸੀਂ ਟੇਬਲ ਬਣਾਉਣ ਦੇ ਤਰੀਕਿਆਂ ਬਾਰੇ ਸਿੱਖਾਂਗੇ। ਉਸ ਤੋਂ ਬਾਅਦ ਅਸੀਂ ਸਿੱਖਾਂਗੇ ਕਿ ਟੇਬਲ ਵਿੱਚ ਡਾਟਾ ਕਿਸ ਤਰ੍ਹਾਂ ਦਾਖਲ ਕਰਨਾ ਹੈ। ਟੇਬਲ ਬਣਾਉਣ ਦੇ ਕਈ ਤਰੀਕੇ ਹਨ, ਪਰ ਮੁੱਖ ਤਰੀਕੇ 3 ਹਨ ਜੋ ਇਨਸਰਟ ਟੈਬ ਦੇ ਟੇਬਲ ਗਰੁੱਪ ਵਿੱਚ ਹਨ। ਸਭ ਤੋਂ ਪਹਿਲਾ ਤਰੀਕਾ ਹੈ ਟੇਬਲ ਗਰੁੱਪ ਦੇ ਟੇਬਲ ਬਟਨ ਦੀ ਦਿਖਾਈ ਦਿੰਦੀ ਹੋਈ ਗ੍ਰਿਡ ਵਿੱਚੋਂ ਰੋ ਅਤੇ ਕਾਲਮ ਦੀ ਗਿਣਤੀ ਸਿਲੈਕਟ ਕਰਕੇ। ਇਸ ਵਿੱਚ ਟੇਬਲ ਬਟਨ ਦੀ ਇਸ ਗ੍ਰਿਡ ਵਿੱਚੋਂ ਉਨੇ ਕਾਲਮ ਅਤੇ ਰੋ ਸਿਲੈਕਟ ਕਰੋ ਜਿੰਨਿਆਂ ਦੀ ਤੁਹਾਨੂੰ ਜ਼ਰੂਰਤ ਹੈ। ਉਦਾਹਰਣ ਵਜੋਂ, ਜੇਕਰ ਮੈਂ 5 ਕਾਲਮ ਅਤੇ 2 ਰੋ ਦਾ ਟੇਬਲ ਬਣਾਉਣਾ ਹੈ ਤਾਂ ਮੈਂ ਇਸ ਗ੍ਰਿਡ ਵਿੱਚੋਂ ਮਾਊਸ ਨੂੰ ਘੁਮਾ ਕੇ ਦੂਜੀ ਰੋ ਦਾ 5ਵਾਂ ਕਾਲਮ ਸਿਲੈਕਟ ਕਰਾਂਗਾ। ਧਿਆਨ ਦਿਓ, ਦੂਸਰੀ ਰੋ ਦਾ 5ਵਾਂ ਕਾਲਮ ਸਿਲੈਕਟ ਕਰਾਂਗਾ ਅਤੇ MS ਵਰਡ ਦੀ ਵਰਕ ਸਪੇਸ, ਜਿਸ ਨੂੰ ਵਰਕਿੰਗ ਏਰੀਆ ਵੀ ਕਿਹਾ ਜਾਂਦਾ ਹੈ, ਵਿੱਚ ਇਹ ਟੇਬਲ ਬਣ ਕੇ ਦਿਖਾਈ ਦੇਵੇਗਾ। ਹੁਣ ਅਸੀਂ ਦੂਸਰੇ ਤਰੀਕੇ ਰਾਹੀਂ ਟੇਬਲ ਬਣਾਉਣਾ ਸਿੱਖਾਂਗੇ। ਦੂਸਰਾ ਤਰੀਕਾ ਹੈ ਇਨਸਰਟ ਟੈਬ ਦੇ ਟੇਬਲ ਗਰੁੱਪ ਵਿੱਚ ਇਨਸਰਟ ਟੇਬਲ ਆਪਸ਼ਨ ਦੀ ਵਰਤੋਂ ਕਰਕੇ। ਇਸ ਤਰੀਕੇ ਰਾਹੀਂ ਟੇਬਲ ਬਣਾਉਣ ਲਈ ਟੇਬਲ ਗਰੁੱਪ ਦੀ ਇਨਸਰਟ ਟੇਬਲ ਆਪਸ਼ਨ ਨੂੰ ਕਲਿੱਕ ਕਰੋ। ਤੁਹਾਡੇ ਸਾਹਮਣੇ ਇੱਕ ਡਾਇਲੌਗ ਬਾਕਸ ਦਿਖਾਈ ਦੇਵੇਗਾ ਜਿਸ ਦਾ ਨਾਮ ਹੈ ਇਨਸਰਟ ਟੇਬਲ। ਇਸ ਡਾਇਲੌਗ ਬਾਕਸ ਵਿੱਚ ਆਪਣੇ ਲੋੜੀਂਦੇ ਕਾਲਮ ਅਤੇ ਲੋੜੀਂਦੀਆਂ ਰੋਜ਼ ਦੀ ਗਿਣਤੀ ਭਰ ਕੇ ਓਕੇ ਬਟਨ 'ਤੇ ਕਲਿੱਕ ਕਰੋ। ਜਿੰਨੇ ਰੋਜ਼ ਅਤੇ ਕਾਲਮ ਤੁਸੀਂ ਦਰਸਾਏ ਹੋਣਗੇ ਉਸ ਅਨੁਸਾਰ ਟੇਬਲ ਬਣ ਕੇ ਤੁਹਾਨੂੰ ਦਿਖਾਈ ਦੇਵੇਗਾ। ਉਦਾਹਰਣ ਵਜੋਂ, ਮੈਂ ਇਸ ਡਾਇਲੌਗ ਬਾਕਸ ਵਿੱਚ 5 ਕਾਲਮ ਅਤੇ 3 ਰੋ ਭਰਦਾ ਹਾਂ ਤਾਂ 5 ਕਾਲਮ ਅਤੇ 3 ਰੋ ਵਾਲਾ ਟੇਬਲ ਬਣ ਕੇ ਸਾਨੂੰ ਦਿਖਾਈ ਦੇਵੇਗਾ। ਹੁਣ ਅਸੀਂ ਟੇਬਲ ਬਣਾਉਣ ਦੇ ਤੀਸਰੇ ਤਰੀਕੇ ਨੂੰ ਸਿੱਖਾਂਗੇ। ਤੀਸਰਾ ਤਰੀਕਾ ਹੈ ਇਨਸਰਟ ਟੈਬ ਦੇ ਟੇਬਲ ਗਰੁੱਪ ਵਿੱਚ ਡਰਾ ਟੇਬਲ ਆਪਸ਼ਨ ਦੀ ਵਰਤੋਂ ਕਰਕੇ। ਇਸ ਤਰੀਕੇ ਰਾਹੀਂ ਅਸੀਂ ਗੁੰਝਲਦਾਰ ਟੇਬਲ ਬਣਾ ਸਕਦੇ ਹਾਂ ਅਤੇ ਕੰਮ ਕਰਦੇ ਸਮੇਂ ਆਪਣੀ ਜ਼ਰੂਰਤ ਅਨੁਸਾਰ ਮਾਊਸ ਨੂੰ ਡਰੈਗ ਕਰਦੇ ਹੋਏ ਨਵਾਂ ਕਾਲਮ ਜਾਂ ਇੱਕ ਸੈੱਲ ਵਿੱਚ ਹੋਰ ਵੱਖ-ਵੱਖ ਸੈੱਲ ਬਣਾ ਸਕਦੇ ਹਾਂ। ਦੇਖੋ, ਇਸ ਵਿੱਚ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਨਵਾਂ ਕਾਲਮ ਬਣਾਉਣ ਲਈ ਮਾਊਸ ਦਾ ਖੱਬਾ ਬਟਨ ਨਾਲ ਵਾਲੇ ਕਾਲਮ ਦੀ ਉੱਪਰਲੀ ਲਾਈਨ ਉੱਤੇ ਕਲਿੱਕ ਕਰਕੇ ਅਤੇ ਫਿਰ ਡਰੈਗ ਕਰਦੇ ਹੋਏ ਹੇਠਾਂ ਵੱਲ ਲੈ ਕੇ ਜਾਓ। ਜੇਕਰ ਇੱਕ ਸੈੱਲ ਵਿੱਚ ਹੋਰ ਰੋ ਬਣਾਉਣੀ ਹੈ ਤਾਂ ਮਾਊਸ ਦਾ ਖੱਬਾ ਬਟਨ ਸੈੱਲ ਦੀ ਖੱਬੀ ਲਾਈਨ ਤੋਂ ਡਰੈਗ ਕਰਦੇ ਹੋਏ ਸੱਜੀ ਲਾਈਨ ਵੱਲ ਲੈ ਕੇ ਜਾਓ, ਅਤੇ ਜੇਕਰ ਸੈੱਲ ਵਿੱਚ ਇੱਕ ਹੋਰ ਕਾਲਮ ਬਣਾਉਣਾ ਹੈ ਤਾਂ ਉਸ ਸੈੱਲ ਦੀ ਉੱਪਰਲੀ ਲਾਈਨ ਤੋਂ ਮਾਊਸ ਨੂੰ ਡਰੈਗ ਕਰਦੇ ਹੋਏ ਹੇਠਾਂ ਵਾਲੀ ਲਾਈਨ ਤੱਕ ਮਾਊਸ ਨੂੰ ਲਿਜਾ ਕੇ ਮਾਊਸ ਦਾ ਬਟਨ ਛੱਡ ਦਿਓ। ਹੁਣ ਦੇਖੋ, ਇੱਕ ਸੈੱਲ ਦੇ ਕਈ ਸੈੱਲ ਹੋਰ ਬਣ ਗਏ ਹਨ ਅਤੇ ਇਸੇ ਤਰ੍ਹਾਂ ਤੁਸੀਂ ਇਸ ਆਪਸ਼ਨ ਨਾਲ ਸੈੱਲ ਨੂੰ ਸਪਲਿਟ ਕਰ ਸਕਦੇ ਹੋ। ਸੋ ਇਹ ਸੀ MS ਵਰਡ ਵਿੱਚ ਟੇਬਲ ਬਣਾਉਣ ਦੇ ਤਰੀਕਿਆਂ ਦਾ ਵਰਣਨ। ਹੁਣ ਅਸੀਂ ਦੇਖਾਂਗੇ ਕਿ ਟੇਬਲ ਵਿੱਚ ਡਾਟਾ ਕਿਵੇਂ ਦਾਖਲ ਕਰਨਾ ਹੈ ਅਤੇ ਟੇਬਲ ਨਾਲ ਕੰਮ ਕਰਨ ਬਾਰੇ ਸਿੱਖਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ ਟੇਬਲ ਬਣਾਉਂਦੇ ਹਾਂ। ਟੇਬਲ ਬਣਾਉਣ ਦੇ 3 ਤਰੀਕੇ ਮੈਂ ਤੁਹਾਨੂੰ ਦੱਸੇ ਸੀ।
ਉਹਨਾਂ ਵਿੱਚੋਂ ਕਿਸੇ ਇੱਕ ਤਰੀਕੇ ਨਾਲ ਤੁਸੀਂ ਟੇਬਲ ਬਣਾ ਸਕਦੇ ਹੋ। ਹਰੇਕ ਟੇਬਲ ਰੋ ਅਤੇ ਕਾਲਮਾਂ ਦਾ ਬਣਿਆ ਹੁੰਦਾ ਹੈ ਅਤੇ ਜਿੱਥੇ ਇਹ ਰੋ ਅਤੇ ਕਾਲਮ ਆਪਸ ਵਿੱਚ ਕੱਟਦੇ ਹਨ ਉੱਥੇ ਬਣੇ ਇੱਕ ਬਾਕਸ ਨੂੰ ਸੈੱਲ ਕਿਹਾ ਜਾਂਦਾ ਹੈ। ਟੇਬਲ ਵਿੱਚ ਸੈੱਲਾਂ ਦੀ ਗਿਣਤੀ ਪਤਾ ਕਰਨ ਦੇ ਲਈ ਤੁਸੀਂ ਜਾਂ ਤਾਂ ਇੱਕ ਸੈੱਲ ਨੂੰ ਗਿਣ ਲਵੋ ਜਾਂ ਰੋ ਅਤੇ ਕਾਲਮਾਂ ਦੀ ਗਿਣਤੀ ਨੂੰ ਪਤਾ ਕਰਕੇ ਦੋਹਾਂ ਨੂੰ ਮਲਟੀਪਲਾਈ ਭਾਵ ਗੁਣਾ ਕਰਕੇ ਤੁਸੀਂ ਸੈੱਲਾਂ ਦੀ ਗਿਣਤੀ ਪਤਾ ਕਰ ਸਕਦੇ ਹੋ। ਅਸੀਂ ਟੇਬਲ ਵਿੱਚ ਜਦੋਂ ਵੀ ਕੁਝ ਡਾਟਾ ਦਾਖਲ ਕਰਨਾ ਹੈ ਤਾਂ ਉਹ ਹਮੇਸ਼ਾ ਸੈੱਲ ਵਿੱਚ ਹੀ ਲਿਖਿਆ ਜਾਂਦਾ ਹੈ। ਤੁਸੀਂ ਜਿਸ ਵੀ ਸੈੱਲ ਵਿੱਚ ਡਾਟਾ ਦਾਖਲ ਕਰਨਾ ਚਾਹੁੰਦੇ ਹੋ ਉਸ ਸੈੱਲ ਵਿੱਚ ਕਲਿੱਕ ਕਰੋ ਅਤੇ ਡਾਟਾ ਟਾਈਪ ਕਰੋ। ਜਿਵੇਂ ਮੈਂ ਇਸ ਸੈੱਲ ਵਿੱਚ ਲਿਖਣਾ ਚਾਹੁੰਦਾ ਹਾਂ ਤਾਂ ਮੈਂ ਇਸ ਵਿੱਚ ਮਾਊਸ ਨਾਲ ਕਲਿੱਕ ਕਰਕੇ ਡਾਟਾ ਟਾਈਪ ਕਰਨਾ ਸ਼ੁਰੂ ਕਰ ਦਿੰਦਾ ਹਾਂ। ਅਗਲੇ ਸੈੱਲ ਵਿੱਚ ਜਾਣ ਲਈ ਕੀਬੋਰਡ ਦੀ ਟੈਬ ਕੀ ਜਾਂ ਰਾਈਟ ਐਰੋ ਕੀ ਜਾਂ ਮਾਊਸ ਨਾਲ ਕਲਿੱਕ ਕਰਕੇ ਤੁਸੀਂ ਅਗਲੇ ਸੈੱਲ ਵਿੱਚ ਜਾ ਸਕਦੇ ਹੋ। ਉੱਪਰਲੇ ਜਾਂ ਹੇਠਲੇ ਸੈੱਲ ਵਿੱਚ ਜਾਣ ਲਈ ਅਪ ਐਰੋ ਕੀ ਜਾਂ ਡਾਊਨ ਐਰੋ ਕੀ ਦਬਾਓ। ਇਸੇ ਤਰ੍ਹਾਂ ਹੀ ਪਿਛਲੇ ਸੈੱਲ ਵਿੱਚ ਜਾਣ ਲਈ ਲੈਫਟ ਐਰੋ ਕੀ ਜਾਂ ਸ਼ਿਫਟ ਅਤੇ ਟੈਬ ਕੀਜ਼ ਇਕੱਠੀਆਂ ਦਬਾਓ। ਮਾਊਸ ਨਾਲ ਕਲਿੱਕ ਕਰਕੇ ਤੁਸੀਂ ਕਿਸੇ ਵੀ ਸੈੱਲ ਵਿੱਚ ਜਾ ਸਕਦੇ ਹੋ। ਸਟੂਡੈਂਟਸ, ਹੁਣ ਅਸੀਂ ਟੇਬਲ ਵਿੱਚ ਡਾਟਾ ਦਾਖਲ ਕਰਾਂਗੇ। ਹੁਣੇ ਅਸੀਂ ਡਾਟਾ ਦਾਖਲ ਕਰ ਲਿਆ ਹੈ। ਦੇਖੋ ਇਸ ਟੇਬਲ ਵਿੱਚ ਕਾਲਮ ਨੰਬਰ 2 ਔਰ ਦੂਸਰੀ ਰੋਲ ਨੰਬਰ 2 ਉਸ ਵਿਦਿਆਰਥੀ ਦਾ ਨਾਮ ਕਰਨ ਦੀ ਜਗ੍ਹਾ ਕਰਮ ਪਾਇਆ ਹੈ। ਇਸ ਨੂੰ ਠੀਕ ਕਰਨ ਦੇ ਲਈ ਅਸੀਂ ਅਪ ਐਰੋ ਕੀ ਔਰ ਲੈਫਟ ਐਰੋ ਕੀ ਨਾਲ ਇਸ ਟੇਬਲ ਵਿੱਚ ਜਾ ਸਕਦੇ ਹਾਂ ਜਾਂ ਸ਼ਿਫਟ ਟੈਬ ਕੀ ਪ੍ਰੈਸ ਕਰਕੇ ਵੀ ਜਾ ਸਕਦੇ ਹਾਂ ਜਾਂ ਮਾਊਸ ਨਾਲ ਵੀ ਕਲਿੱਕ ਕਰਕੇ ਉਸ ਸੈੱਲ ਵਿੱਚ ਜਾ ਸਕਦੇ ਹਾਂ। ਕਰਸਰ ਦੇ ਖੱਬੇ ਪਾਸੇ ਵਾਲੇ ਅੱਖਰਾਂ ਨੂੰ ਡਿਲੀਟ ਕਰਨ ਦੇ ਲਈ ਬੈਕ ਸਪੇਸ ਕੀ ਔਰ ਕਰਸਰ ਦੇ ਸੱਜੇ ਪਾਸੇ ਵਾਲੇ ਅੱਖਰਾਂ ਨੂੰ ਡਿਲੀਟ ਕਰਨ ਦੇ ਲਈ ਹਮੇਸ਼ਾ ਡਿਲੀਟ ਕੀ ਪ੍ਰੈਸ ਕੀਤੀ ਜਾਂਦੀ ਹੈ। ਇਸ ਦਾ ਨਾਮ ਅਸੀਂ ਠੀਕ ਕਰ ਲਿਆ ਹੈ। ਹੁਣ ਅਸੀਂ ਆਪਣੇ ਟੇਬਲ ਵਿੱਚ ਨਵਾਂ ਕਾਲਮ ਐਡ ਕਰਨਾ ਸਿੱਖਾਂਗੇ। ਨਵਾਂ ਕਾਲਮ ਐਡ ਕਰਨ ਦੇ ਦੋ ਤਰੀਕੇ ਹਨ। ਪਹਿਲਾ ਤਰੀਕਾ ਹੈ ਜਿਸ ਕਾਲਮ ਦੇ ਸੱਜੇ ਜਾਂ ਖੱਬੇ ਤੁਸੀਂ ਨਵਾਂ ਕਾਲਮ ਇਨਸਰਟ ਕਰਨਾ ਹੈ ਉਸ ਕਾਲਮ ਦੇ ਕਿਸੇ ਵੀ ਸੈੱਲ ਵਿੱਚ ਕਲਿੱਕ ਕਰੋ। ਜਿਵੇਂ ਅਸੀਂ ਕਲਾਸ ਤੋਂ ਬਾਅਦ ਇੱਕ ਕਾਲਮ ਦਾਖਲ ਕਰਨਾ ਹੈ ਤਾਂ ਅਸੀਂ ਕਲਾਸ ਦੇ ਕਿਸੇ ਵੀ ਸੈੱਲ ਵਿੱਚ ਕਲਿੱਕ ਕਰ ਦਿਆਂਗੇ। ਫਿਰ ਲੇਆਊਟ ਟੈਬ 'ਤੇ ਕਲਿੱਕ ਕਰਾਂਗੇ। ਇਹ ਲੇਆਊਟ ਟੈਬ ਉਦੋਂ ਹੀ ਦਿਖਾਈ ਦੇਵੇਗੀ ਜਦੋਂ ਤੁਹਾਡਾ ਕਰਸਰ ਟੇਬਲ ਵਿੱਚ ਮੌਜੂਦ ਹੋਵੇਗਾ। ਲੇਆਊਟ ਟੈਬ 'ਤੇ ਕਲਿੱਕ ਕਰਕੇ ਅਸੀਂ ਦੇਖੋ ਰੋ ਐਂਡ ਕਾਲਮਸ ਗਰੁੱਪ ਦੇ ਵਿੱਚ ਸਾਡੇ ਕੋਲ ਇਹ ਆਪਸ਼ਨਸ ਦਿਖਾਈ ਦੇ ਰਹੀਆਂ ਨੇ। ਇੰਸਰਟ ਲੈਫਟ, ਇੰਸਰਟ ਰਾਈਟ। ਇੰਸਰਟ ਲੈਫਟ 'ਤੇ ਕਲਿੱਕ ਕਰਾਂਗੇ ਤਾਂ ਕਾਲਮ ਜੋ ਹੈ ਉਹ ਕਰਸਰ ਦੇ ਖੱਬੇ ਪਾਸੇ ਇੰਸਰਟ ਹੋ ਜਾਏਗਾ। ਇੰਸਰਟ ਰਾਈਟ 'ਤੇ ਕਲਿੱਕ ਕਰਨ ਦੇ ਨਾਲ ਜੋ ਨਵਾਂ ਕਾਲਮ ਹੈ ਕਰਸਰ ਦੇ ਸੱਜੇ ਪਾਸੇ ਇੰਸਰਟ ਹੋ ਜਾਏਗਾ। ਅਸੀਂ ਸੱਜੇ ਪਾਸੇ ਇੰਸਰਟ ਕਰਨਾ ਸੀ ਇਸ ਲਈ ਅਸੀਂ ਇੰਸਰਟ ਰਾਈਟ 'ਤੇ ਕਲਿੱਕ ਕਰ ਦਿਆਂਗੇ। ਦੇਖੋ ਸਟੂਡੈਂਟਸ, ਨਵਾਂ ਕਾਲਮ ਇੰਸਰਟ ਹੋ ਗਿਆ ਹੈ। ਦੂਜੇ ਤਰੀਕੇ ਵਿੱਚ ਨਵਾਂ ਕਾਲਮ ਇੰਸਰਟ ਕਰਨ ਲਈ ਜਿਸ ਕਾਲਮ ਦੇ ਖੱਬੇ ਜਾਂ ਸੱਜੇ ਤੁਸੀਂ ਕਾਲਮ ਇੰਸਰਟ ਕਰਨਾ ਹੈ ਉਹਦੇ ਵਿੱਚ ਕਲਿੱਕ ਕਰੋ। ਫਿਰ ਮਾਊਸ ਦਾ ਰਾਈਟ ਕਲਿੱਕ ਕਰੋ। ਇੰਸਰਟ ਆਪਸ਼ਨ ਦੇ ਅੰਡਰ ਇੱਕ ਮੈਨੂ ਖੁੱਲ੍ਹੇਗਾ। ਇਸ ਵਿੱਚੋਂ ਇੰਸਰਟ ਕਾਲਮ ਟੂ ਲੈਫਟ ਔਰ ਇੰਸਰਟ ਕਾਲਮ ਟੂ ਰਾਈਟ ਇਹਨਾਂ ਦੋਹਾਂ ਵਿੱਚੋਂ ਕਿਸੇ ਇੱਕ ਕਮਾਂਡ ਨੂੰ ਚੁਣੋ। ਜੇ ਤੁਸੀਂ ਖੱਬੇ ਪਾਸੇ ਕਾਲਮ ਦਾਖਲ ਕਰਨਾ ਹੈ ਤਾਂ ਇੰਸਰਟ ਲੈਫਟ 'ਤੇ ਕਲਿੱਕ ਕਰ ਦਿਓ। ਦੇਖੋ ਸਾਡਾ ਕਾਲਮ ਇੱਕ ਇੰਸਰਟ ਹੋ ਗਿਆ ਹੈ। ਹੁਣ ਇਹਨਾਂ ਕਾਲਮਸ ਦੇ ਵਿੱਚ ਤੁਸੀਂ ਆਪਣੀ ਜ਼ਰੂਰਤ ਦੀ ਸੂਚਨਾ ਨਵੀਂ ਦਾਖਲ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਜੇ ਨਵੀਂ ਰੋਅ ਦਾਖਲ ਕਰਨੀ ਹੋਵੇ ਤਾਂ ਨਵੀਂ ਰੋਅ ਦਾਖਲ ਕਰਨ ਦੇ 3 ਤਰੀਕੇ ਹਨ। ਪਹਿਲਾ ਤਰੀਕਾ ਹੈ ਲੇਆਊਟ ਟੈਬ ਦੇ ਵਿੱਚੋਂ ਹੀ ਰੋ ਐਂਡ ਕਾਲਮਸ ਗਰੁੱਪ ਦੇ ਵਿੱਚੋਂ ਆਪਸ਼ਨ ਕਲਿੱਕ ਕਰਕੇ। ਇਸ ਤਰੀਕੇ ਰਾਹੀਂ ਜਿਸ ਰੋਅ ਦੇ ਉੱਪਰ ਜਾਂ ਹੇਠਾਂ ਨਵੀਂ ਰੋਅ ਬਣਾਉਣੀ ਹੈ ਉਸ ਰੋਅ ਦੇ ਕਿਸੇ ਵੀ ਸੈੱਲ ਵਿੱਚ ਕਲਿੱਕ ਕਰੋ। ਜਿਵੇਂ ਅਸੀਂ ਤੀਸਰੀ ਰੋਅ, ਇਸ ਰੋਅ ਦੇ ਹੇਠਾਂ ਇੱਕ ਨਵੀਂ ਰੋਅ ਦਾਖਲ ਕਰਨੀ ਹੈ ਤਾਂ ਅਸੀਂ ਇਸ ਰੋਅ ਦੇ ਕਿਸੇ ਵੀ ਸੈੱਲ ਵਿੱਚ ਕਲਿੱਕ ਕਰਕੇ ਤਾਂ ਇੰਸਰਟ ਬਿਲੋ ਦਾ ਮਤਲਬ ਹੈ ਹੇਠਾਂ। ਜੇ ਅਸੀਂ ਇੰਸਰਟ ਅਬਵ 'ਤੇ ਕਲਿੱਕ ਕਰਦੇ ਹਾਂ ਤਾਂ ਨਵੀਂ ਰੋਅ ਉੱਪਰ ਦਾਖਲ ਹੋ ਜਾਏਗੀ। ਇੰਸਰਟ ਬਿਲੋ 'ਤੇ ਕਲਿੱਕ ਕਰ ਦਿੰਦੇ ਹਾਂ, ਨਵੀਂ ਰੋਅ ਦਾਖਲ ਹੋ ਗਈ ਹੈ। ਦੂਸਰੇ ਤਰੀਕੇ ਵਿੱਚ ਰੋਅ ਦੇ
ਕਿਸੇ ਵੀ ਸੈੱਲ ਵਿੱਚ ਕਲਿੱਕ ਕਰਕੇ ਅਸੀਂ ਰਾਈਟ ਕਲਿੱਕ ਕਰਦੇ ਹਾਂ ਮਾਊਸ ਦਾ ਤਾਂ ਇਨਸਰਟ ਆਪਸ਼ਨ ਦੇ ਅਧੀਨ ਇਨਸਰਟ रो ਅਬਵ ਔਰ ਬਿਲੋ। ਜੇ ਇਨਸਰਟ ਰੋਜ਼ ਅਬਵ ਤੇ ਕਲਿੱਕ ਕਰਦੇ ਹੋ ਤਾਂ ਨਵੀਂ ਰੋ ਉੱਪਰ ਦਾਖਲ ਹੋ ਜਾਏਗੀ, ਜੇ ਬਿਲੋ ਤੇ ਕਲਿੱਕ ਕਰਦੇ ਹੋ ਤਾਂ ਨਵੀਂ ਰੋ ਹੇਠਾਂ ਦਾਖਲ ਹੋ ਜਾਏਗੀ। ਦੇਖੋ ਇੱਕ ਨਵੀਂ ਰੋ ਦਾਖਲ ਹੋ ਗਈ ਹੈ। ਤੀਸਰਾ ਤਰੀਕਾ ਜੋ ਬਹੁਤ ਹੀ ਸੌਖਾ ਤਰੀਕਾ ਹੈ, ਉਸ ਵਿੱਚ ਆਖਰੀ ਕਾਲਮ ਦੇ ਆਖਰੀ ਸੈੱਲ ਵਿੱਚ ਕਲਿੱਕ ਕਰਨਾ ਹੁੰਦਾ ਹੈ ਔਰ ਕੀਬੋਰਡ ਤੋਂ ਟੈਬ ਕੀ ਪ੍ਰੈਸ ਕਰਨੀ ਹੁੰਦੀ ਹੈ। ਜਿਸ ਤਰ੍ਹਾਂ ਹੀ ਅਸੀਂ ਆਖਰੀ ਸੈੱਲ ਵਿੱਚ ਟੈਬ ਕੀ ਪ੍ਰੈਸ ਕਰਦੇ ਹਾਂ ਤਾਂ ਇੱਕ ਨਵੀਂ ਰੋ ਦਾਖਲ ਹੋ ਜਾਂਦੀ ਹੈ। ਦੇਖੋ ਇਸੇ ਤਰ੍ਹਾਂ ਹੀ ਜੇਕਰ ਤੁਸੀਂ ਕੋਈ ਨਵਾਂ ਸੈੱਲ ਦਾਖਲ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹੋ। ਨਵਾਂ ਸੈੱਲ ਦਾਖਲ ਕਰਨ ਦੇ ਲਈ ਸੈੱਲ ਦੇ ਉੱਤੇ ਰਾਈਟ ਕਲਿੱਕ ਕਰੋ, ਇਨਸਰਟ ਆਪਸ਼ਨ ਦੇ ਵਿੱਚ ਇਨਸਰਟ ਸੈੱਲਸ ਕਮਾਂਡ ਨੂੰ ਚੁਣੋ। ਇੱਕ ਇਨਸਰਟ ਸੈੱਲਸ ਨਾਮ ਦਾ ਡਾਇਲੌਗ ਬਾਕਸ ਤੁਹਾਡੇ ਸਾਹਮਣੇ ਦਿਖਾਈ ਦੇਵੇਗਾ। ਇਸ ਵਿੱਚੋਂ ਸ਼ਿਫਟ ਸੈੱਲਸ ਡਾਊਨ ਜਾਂ ਸ਼ਿਫਟ ਸੈੱਲਸ ਰਾਈਟ ਇਹਨਾਂ ਦੋਹਾਂ ਆਪਸ਼ਨਸ ਦੀ ਚੋਣ ਕਰ ਸਕਦੇ ਹੋ। ਜੇਕਰ ਇਨਸਰਟ ਇੰਟਾਇਰ ਰੋ ਤੇ ਕਲਿੱਕ ਕਰੋਗੇ ਤਾਂ ਪੂਰੀ ਦੀ ਪੂਰੀ ਰੋ ਨਵੀਂ ਦਾਖਲ ਹੋ ਜਾਏਗੀ। ਇਨਸਰਟ ਸੈੱਲਸ ਡਾਊਨ ਤੇ ਕਲਿੱਕ ਕਰਦੇ ਹਾਂ, ਓਕੇ ਕੀਤਾ। ਦੇਖੋ ਇਹ ਵਾਲੇ ਕਾਲਮ ਇੱਕ ਸੈੱਲ ਨੀਚੇ ਚਲੇ ਗਏ ਹਨ। ਇਸੇ ਤਰ੍ਹਾਂ ਹੀ ਜੇ ਅਸੀਂ ਇਨਸਰਟ ਸੈੱਲ ਰਾਈਟ ਕਰਦੇ ਹਾਂ ਸ਼ਿਫਟ ਸੈੱਲਸ ਰਾਈਟ ਨੂੰ ਚੁਣਦੇ ਹਾਂ ਤਾਂ ਇਹ ਸੈੱਲਸ ਇੱਕ ਸੈੱਲ ਰਾਈਟ ਵੱਲ ਨੂੰ ਸ਼ਿਫਟ ਹੋ ਗਏ ਹਨ। ਇਹ ਸਨ ਸੈੱਲ ਜਾਂ ਰੋ ਜਾਂ ਕਾਲਮ ਨੂੰ ਦਾਖਲ ਕਰਨ ਦੇ ਤਰੀਕੇ। ਇਸੇ ਤਰ੍ਹਾਂ ਤੁਸੀਂ ਕਿਸੇ ਰੋ ਕਾਲਮ ਜਾਂ ਸੈੱਲ ਨੂੰ ਡਿਲੀਟ ਵੀ ਕਰ ਸਕਦੇ ਹੋ। ਹੁਣ ਜੋ ਅਸੀਂ ਸੈੱਲ ਬਣਾਇਆ ਹੈ ਇਸ ਨੂੰ ਅਸੀਂ ਡਿਲੀਟ ਕਰਨਾ ਹੋਵੇ ਤਾਂ ਇਸ ਉੱਤੇ ਰਾਈਟ ਕਲਿੱਕ ਕਰੋ, ਡਿਲੀਟ ਸੈੱਲਸ ਕਮਾਂਡ ਨੂੰ ਚੁਣੋ। ਇਸ ਵਿੱਚੋਂ ਡਿਲੀਟ ਸ਼ਿਫਟ ਸੈੱਲਸ ਲੈਫਟ ਨੂੰ ਚੁਣੋ, ਓਕੇ ਕਰੋ। ਦੇਖੋ ਸੇਮ ਇਸੇ ਤਰ੍ਹਾਂ ਤੁਸੀਂ ਪੂਰੀ ਦੀ ਪੂਰੀ ਰੋ ਉਹ ਵੀ ਡਿਲੀਟ ਕਰ ਸਕਦੇ ਹੋ। ਪੂਰੀ ਦੀ ਪੂਰੀ ਰੋ ਡਿਲੀਟ ਕਰਨ ਦੇ ਲਈ ਜਿਸ ਰੋ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਉਸ ਰੋ ਦੇ ਕਿਸੇ ਵੀ ਸੈੱਲ ਵਿੱਚ ਕਲਿੱਕ ਕਰੋ, ਲੇਆਊਟ ਟੈਬ ਵਿੱਚੋਂ ਡਿਲੀਟ ਕਮਾਂਡ ਨੂੰ ਚੁਣੋ। ਇਸ ਵਿੱਚੋਂ ਡਿਲੀਟ ਰੋਜ਼ ਤੇ ਕਲਿੱਕ ਕਰ ਦਿਓ, ਪੂਰੀ ਰੋ ਡਿਲੀਟ ਹੋ ਗਈ ਹੈ। ਰੋ ਨੂੰ ਡਿਲੀਟ ਕਰਨ ਦਾ ਦੂਸਰਾ ਤਰੀਕਾ ਹੈ, ਜਿਸ ਰੋ ਨੂੰ ਡਿਲੀਟ ਕਰਨਾ ਹੈ ਉਸ ਦੇ ਕਿਸੇ ਵੀ ਸੈੱਲ ਵਿੱਚ ਕਲਿੱਕ ਕਰੋ, ਰਾਈਟ ਕਲਿੱਕ ਕਰੋ, ਡਿਲੀਟ ਸੈੱਲਸ ਤੇ ਕਲਿੱਕ ਕਰੋ, ਡਿਲੀਟ ਐਂਟਾਇਰ ਰੋ ਤੇ ਕਲਿੱਕ ਕਰ ਦਿਓ, ਓਕੇ ਤੇ ਕਲਿੱਕ ਕਰੋ। ਪੂਰੀ ਦੀ ਪੂਰੀ ਰੋ ਡਿਲੀਟ ਹੋ ਗਈ ਹੈ। ਸੇਮ ਇਸੇ ਤਰ੍ਹਾਂ ਤੁਸੀਂ ਕੋਈ ਕਾਲਮ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਕਾਲਮ ਵੀ ਡਿਲੀਟ ਕਰ ਸਕਦੇ ਹੋ। ਕਾਲਮ ਡਿਲੀਟ ਕਰਨ ਦੇ ਲਈ ਕਾਲਮ ਦੇ ਕਿਸੇ ਵੀ ਸੈੱਲ ਵਿੱਚ ਕਲਿੱਕ ਕਰੋ, ਲੇਆਊਟ ਟੈਬ ਵਿੱਚੋਂ ਡਿਲੀਟ ਆਪਸ਼ਨਸ ਵਿੱਚੋਂ ਡਿਲੀਟ ਕਾਲਮ ਤੇ ਕਲਿੱਕ ਕਰ ਦਿਓ, ਜਾਂ ਜਿਸ ਕਾਲਮ ਨੂੰ ਡਿਲੀਟ ਕਰਨਾ ਹੈ ਅਸੀਂ ਹੁਣ ਇਸ ਕਾਲਮ ਨੂੰ ਡਿਲੀਟ ਕਰਾਂਗੇ ਉਸ ਕਾਲਮ ਦੇ ਕਿਸੇ ਵੀ ਸੈੱਲ ਵਿੱਚ ਕਲਿੱਕ ਕਰਕੇ ਰਾਈਟ ਕਲਿੱਕ, ਡਿਲੀਟ ਸੈੱਲਸ, ਡਿਲੀਟ ਐਂਟਾਇਰ ਕਾਲਮ ਤੇ ਕਲਿੱਕ ਕਰ ਦਿਓ, ਓਕੇ ਤੇ ਕਲਿੱਕ ਕਰੋ। ਪੂਰਾ ਕਾਲਮ ਡਿਲੀਟ ਹੋ ਗਿਆ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਪੂਰਾ ਦਾ ਪੂਰਾ ਟੇਬਲ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਟੇਬਲ ਦੇ ਕਿਸੇ ਵੀ ਸੈੱਲ ਵਿੱਚ ਕਲਿੱਕ ਕਰੋ ਅਤੇ ਲੇਆਊਟ ਟੈਬ ਦੇ ਰੋਜ਼ ਐਂਡ ਕਾਲਮ ਗਰੁੱਪ ਵਿੱਚੋਂ ਡਿਲੀਟ ਆਪਸ਼ਨ ਵਿੱਚ ਕਲਿੱਕ ਕਰਕੇ ਡਿਲੀਟ ਟੇਬਲ ਤੇ ਕਲਿੱਕ ਕਰ ਦਿਓ। ਪੂਰਾ ਦਾ ਪੂਰਾ ਟੇਬਲ ਡਿਲੀਟ ਹੋ ਜਾਵੇਗਾ। ਸਟੂਡੈਂਟਸ ਹੁਣ ਅਸੀਂ ਟੇਬਲ ਵਿੱਚ ਰੋਜ਼ ਅਤੇ ਕਾਲਮਸ ਦਾ ਸਾਈਜ਼ ਬਦਲਣਾ ਸਿੱਖਾਂਗੇ। ਸਟੂਡੈਂਟਸ ਰੋਜ਼ ਅਤੇ ਕਾਲਮਸ ਦੋਨਾਂ ਦਾ ਸਾਈਜ਼ ਬਦਲਣ ਲਈ ਸਾਨੂੰ ਟੇਬਲ ਪ੍ਰੋਪਰਟੀਜ਼ ਡਾਇਲੌਗ ਬਾਕਸ ਦੀ ਜ਼ਰੂਰਤ ਪਏਗੀ। ਟੇਬਲ ਪ੍ਰੋਪਰਟੀਜ਼ ਡਾਇਲੌਗ ਬਾਕਸ ਤੁਸੀਂ ਲੇਆਊਟ ਟੈਬ ਤੇ ਕਲਿੱਕ ਕਰਕੇ ਟੇਬਲ ਗਰੁੱਪ ਵਿੱਚੋਂ ਇਹ ਹੈ ਟੇਬਲ ਗਰੁੱਪ ਪ੍ਰੋਪਰਟੀਜ਼ ਆਪਸ਼ਨ ਤੇ ਕਲਿੱਕ ਕਰਕੇ ਖੋਲ੍ਹ ਸਕਦੇ ਹੋ, ਜਾਂ ਟੇਬਲ ਵਿੱਚ ਕਿਸੇ ਵੀ ਸੈੱਲ ਤੇ ਰਾਈਟ ਕਲਿੱਕ ਕਰਕੇ ਟੇਬਲ ਪ੍ਰੋਪਰਟੀਜ਼ ਆਪਸ਼ਨ ਤੇ ਕਲਿੱਕ ਕਰਕੇ ਖੋਲ੍ਹ ਸਕਦੇ ਹੋ। ਇਸ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਰੋ ਦਾ ਸਾਈਜ਼ ਬਦਲਾਂਗੇ। ਰੋ ਦਾ ਸਾਈਜ਼ ਬਦਲਣ ਦੇ ਲਈ ਅਸੀਂ ਰੋ ਟੈਬ ਤੇ ਕਲਿੱਕ ਕਰਾਂਗੇ। ਰੋ ਟੈਬ ਤੇ ਕਲਿੱਕ ਕਰਨ ਤੇ ਇੱਕ ਸਾਹਮਣੇ ਆਪਸ਼ਨ ਹੈ ਸਪੈਸੀਫਾਈ ਹਾਈਟ। ਅਗਰ ਇਹ ਆਪਸ਼ਨ ਸਿਲੈਕਟਡ ਨਹੀਂ ਹੈ ਤਾਂ ਇਸ ਨੂੰ ਸਿਲੈਕਟ ਕਰ ਲਓ। ਇਸ ਵਿੱਚੋਂ ਤੁਸੀਂ ਆਪਣੀ ਰੋ ਦੀ ਹਾਈਟ ਚੇਂਜ ਕਰ ਸਕਦੇ ਹੋ। ਦੇਖੋ
ਸੇਮ ਅਗਰ ਤੁਸੀਂ ਦੂਸਰੀ ਰੋ ਦੀ ਹਾਈਟ ਚੇਂਜ ਕਰਨੀ ਹੈ ਤਾਂ ਤੁਸੀਂ ਨੈਕਸਟ ਰੋ ਤੇ ਕਲਿੱਕ ਕਰ ਸਕਦੇ ਹੋ। ਨੈਕਸਟ ਰੋ ਤੇ ਕਲਿੱਕ ਕਰੋ, ਸਾਈਜ਼ ਚੇਂਜ ਕਰੋ, ਅਗੇਨ ਨੈਕਸਟ ਰੋ ਤੇ ਕਲਿੱਕ ਕਰ ਦਿਓ, ਸਾਈਜ਼ ਚੇਂਜ ਕਰ ਦਿਓ। ਦੇਖੋ ਸਾਈਜ਼ ਚੇਂਜ ਹੋ ਰਿਹਾ। ਇਸੇ ਤਰ੍ਹਾਂ ਹੀ ਪ੍ਰੀਵੀਅਸ ਰੋ ਤੇ ਤੁਸੀਂ ਆ ਕੇ ਪ੍ਰੀਵੀਅਸ ਰੋ ਦਾ ਵੀ ਸਾਈਜ਼ ਚੇਂਜ ਕਰ ਸਕਦੇ ਹੋ। ਲਾਸਟ ਵਿੱਚ ਓਕੇ ਤੇ ਕਲਿੱਕ ਕਰ ਦਿਓ। ਸੇਮ ਇਸੇ ਤਰ੍ਹਾਂ ਅਗਰ ਤੁਸੀਂ ਕਾਲਮ ਦਾ ਸਾਈਜ਼ ਚੇਂਜ ਕਰਨਾ ਚਾਹੁੰਦੇ ਹੋ ਤਾਂ ਟੇਬਲ ਪ੍ਰੋਪਰਟੀਜ਼ ਡਾਇਲੌਗ ਬਾਕਸ ਨੂੰ ਲੇਆਊਟ ਟੈਬ ਤੇ ਕਲਿੱਕ ਕਰਕੇ ਟੇਬਲ ਗਰੁੱਪ ਦੇ ਵਿੱਚੋਂ ਪ੍ਰੋਪਰਟੀਜ਼ ਆਪਸ਼ਨ ਤੇ ਕਲਿੱਕ ਕਰਕੇ ਖੋਲ੍ਹੋ ਜਾਂ ਸੈੱਲ ਵਿੱਚ ਰਾਈਟ ਕਲਿੱਕ ਕਰਕੇ ਟੇਬਲ ਪ੍ਰੋਪਰਟੀਜ਼ ਆਪਸ਼ਨ ਤੇ ਕਲਿੱਕ ਕਰੋ। ਇਸ ਵਿੱਚੋਂ ਕਾਲਮ ਟੈਬ ਤੇ ਕਲਿੱਕ ਕਰੋ। ਇਸ ਵਿੱਚੋਂ ਪ੍ਰੈਫਰਡ ਵਿਡਥ ਆਪਸ਼ਨ ਨੂੰ ਸਿਲੈਕਟ ਕਰ ਲਓ ਔਰ ਆਪਣੀ ਮਰਜ਼ੀ ਦਾ ਸਾਈਜ਼ ਤੁਸੀਂ ਚੇਂਜ ਕਰ ਸਕਦੇ ਹੋ। ਸਾਈਜ਼ ਚੇਂਜ ਹੋ ਗਿਆ ਹੈ। ਅਸੀਂ ਇਸੇ ਤਰ੍ਹਾਂ ਨੈਕਸਟ ਕਾਲਮ ਆਪਸ਼ਨ ਤੇ ਕਲਿੱਕ ਕਰਕੇ ਅਗਲੇ ਕਾਲਮ ਦਾ ਸਾਈਜ਼ ਔਰ ਪ੍ਰੀਵੀਅਸ ਕਾਲਮ ਤੇ ਕਲਿੱਕ ਕਰਕੇ ਪਿਛਲੇ ਕਾਲਮ ਦਾ ਸਾਈਜ਼ ਵੀ ਚੇਂਜ ਕਰ ਸਕਦੇ ਹਾਂ। ਟੇਬਲ ਵਿੱਚ ਕਾਲਮ ਦਾ ਸਾਈਜ਼ ਅਸੀਂ ਰੂਲਰ ਵਿੱਚ ਦਿਖ ਰਹੀਆਂ ਗ੍ਰੇ ਬਾਰਸ ਤੇ ਕਲਿੱਕ ਕਰਕੇ ਵੀ ਚੇਂਜ ਕਰ ਸਕਦੇ ਹਾਂ। ਅਗਰ ਇਹ ਰੂਲਰ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਤਾਂ ਵਿਊ ਟੈਬ ਤੇ ਕਲਿੱਕ ਕਰੋ। ਇਸ ਵਿੱਚੋਂ ਰੂਲਰ ਆਪਸ਼ਨ ਨੂੰ ਸਿਲੈਕਟ ਕਰ ਲਓ। ਅਗਰ ਇਹ ਸਿਲੈਕਟਡ ਨਹੀਂ ਹੈ ਤਾਂ ਤੁਹਾਨੂੰ ਰੂਲਰ ਦਿਖਾਈ ਦੇਵੇਗਾ। ਉਸ ਵਿੱਚ ਗ੍ਰੇ ਬਾਰਸ ਜੋ ਕਾਲਮ ਦੀਆਂ ਹਨ ਇਹ ਤੁਹਾਨੂੰ ਦਿਖਾਈ ਦੇ ਰਹੀਆਂ ਹਨ। ਇਹਨਾਂ ਗ੍ਰੇ ਬਾਰਸ ਦੇ ਉੱਤੇ ਕਲਿੱਕ ਕਰਕੇ ਵੀ ਤੁਸੀਂ ਸਾਈਜ਼ ਚੇਂਜ ਕਰ ਸਕਦੇ ਹੋ। ਦੇਖੋ ਆਪਣੀ ਜ਼ਰੂਰਤ ਦੇ ਅਕੋਰਡਿੰਗ ਤੁਸੀਂ ਸਾਈਜ਼ ਚੇਂਜ ਕਰ ਸਕਦੇ ਹੋ। ਇਸ ਤੋਂ ਇਲਾਵਾ ਟੇਬਲ ਵਿੱਚ ਰੋਜ਼ ਅਤੇ ਕਾਲਮ ਦਾ ਸਾਈਜ਼ ਚੇਂਜ ਕਰਨ ਦਾ ਇੱਕ ਹੋਰ ਤਰੀਕਾ ਵੀ ਹੈ। ਟੇਬਲ ਵਿੱਚ ਤੁਸੀਂ ਕਿਤੇ ਵੀ ਕਲਿੱਕ ਕਰੋ। ਜਦੋਂ ਤੁਸੀਂ ਕਰਸਰ ਨੂੰ ਮਾਊਸ ਪੁਆਇੰਟਰ ਨੂੰ ਟੇਬਲ ਦੇ ਕੋਲ ਲੈ ਕੇ ਜਾਓਗੇ ਤਾਂ ਇੱਕ ਛੋਟਾ ਜਿਹਾ ਸਕੁਅਰ ਬਾਕਸ ਤੁਹਾਡੇ ਟੇਬਲ ਦੇ ਸੱਜੇ ਹੇਠਾਂ ਕੋਨੇ ਵਿੱਚ ਤੁਹਾਨੂੰ ਦਿਖਾਈ ਦੇਗਾ। ਜਦੋਂ ਉਸ ਉੱਤੇ ਤੁਸੀਂ ਮਾਊਸ ਪੁਆਇੰਟਰ ਲਿਆਓਗੇ ਤਾਂ ਉਹ ਦੋ ਐਰੋ ਬਣ ਜਾਣਗੇ। ਉਸ 'ਤੇ ਕਲਿੱਕ ਕਰਕੇ ਮਾਊਸ ਨੂੰ ਡਰੈਗ ਕਰਕੇ ਵੀ ਤੁਸੀਂ ਟੇਬਲ ਦਾ ਸਾਈਜ਼ ਚੇਂਜ ਕਰ ਸਕਦੇ ਹੋ। ਦੇਖੋ ਇਸ ਤੋਂ ਬਾਅਦ ਅਸੀਂ ਹੁਣ ਟੇਬਲ ਦੀ ਅਲਾਈਨਮੈਂਟ ਬਦਲਾਂਗੇ। ਟੇਬਲ ਦੀ ਅਲਾਈਨਮੈਂਟ ਬਦਲਣ ਦੇ ਲਈ ਅਸੀਂ ਅਗੇਨ ਟੇਬਲ ਵਿੱਚ ਕਲਿੱਕ ਕਰਕੇ ਲੇਆਊਟ ਟੈਬ ਤੇ ਕਲਿੱਕ ਕਰਾਂਗੇ, ਟੇਬਲ ਪ੍ਰੋਪਰਟੀਜ਼ ਤੇ ਕਲਿੱਕ ਕਰਾਂਗੇ ਜਾਂ ਟੇਬਲ ਵਿੱਚ ਰਾਈਟ ਕਲਿੱਕ ਟੇਬਲ ਪ੍ਰੋਪਰਟੀਜ਼ ਤੇ ਕਲਿੱਕ ਕਰਾਂਗੇ। ਇਸ ਵਿੱਚੋਂ ਟੇਬਲ ਟੈਬ ਤੇ ਕਲਿੱਕ ਕਰੋ। ਇਸ ਵਿੱਚ ਦੇਖੋ ਇਹ ਅਲਾਈਨਮੈਂਟ ਦੀਆਂ ਆਪਸ਼ਨਸ ਤੁਹਾਨੂੰ ਦਿਖਾਈ ਦੇ ਰਹੀਆਂ ਹਨ। ਸੈਂਟਰ ਅਲਾਈਨਮੈਂਟ ਹੈ। ਇਸ ਵਕਤ ਜੋ ਸਾਡਾ ਟੇਬਲ ਹੈ ਉਹ ਲੈਫਟ ਅਲਾਈਨਡ ਹੈ। ਅਗਰ ਤੁਸੀਂ ਸੈਂਟਰ ਅਲਾਈਨ ਕਰਨਾ ਚਾਹੁੰਦੇ ਹੋ ਤਾਂ ਸੈਂਟਰ ਤੇ ਕਲਿੱਕ ਕਰ ਦਿਓ। ਅਗਰ ਰਾਈਟ ਅਲਾਈਨ ਕਰਨਾ ਚਾਹੁੰਦੇ ਹੋ ਤਾਂ ਰਾਈਟ ਤੇ ਕਲਿੱਕ ਕਰ ਦਿਓ। ਅਸੀਂ ਸੈਂਟਰ ਤੇ ਕਲਿੱਕ ਕਰਦੇ ਹਾਂ, ਓਕੇ ਤੇ ਕਲਿੱਕ ਕਰ ਦਿਓ। ਦੇਖੋ ਤੁਹਾਡਾ ਟੇਬਲ ਸੈਂਟਰ ਅਲਾਈਨ ਹੋ ਗਿਆ ਹੈ। ਇਸੇ ਤਰ੍ਹਾਂ ਅਗਰ ਤੁਸੀਂ ਟੇਬਲ ਵਿਚਲੇ ਟੈਕਸਟ ਦੀ ਅਲਾਈਨਮੈਂਟ ਕਰਨੀ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਟੇਬਲ ਦੇ ਡਾਟੇ ਨੂੰ ਸਿਲੈਕਟ ਕਰੋ। ਟੇਬਲ ਦਾ ਡਾਟਾ ਸਿਲੈਕਟ ਕਰਨ ਦੇ ਲਈ ਤੁਸੀਂ ਮਾਊਸ ਨੂੰ ਸਭ ਤੋਂ ਪਹਿਲੇ ਕਾਲਮ ਔਰ ਪਹਿਲੀ ਰੋ ਤੋਂ ਡਰੈਗ ਕਰਦੇ ਹੋਏ ਲਾਸਟ ਰੋ ਲਾਸਟ ਕਾਲਮ ਤੱਕ ਜਾ ਸਕਦੇ ਹੋ ਜਾਂ ਟੇਬਲ ਦੇ ਖੱਬੇ ਹੱਥ ਸਭ ਤੋਂ ਉੱਪਰ ਕ੍ਰੋਸ ਹੇਅਰ ਦਾ ਨਿਸ਼ਾਨ ਜੋ ਹੈ ਛੋਟਾ ਜਿਹਾ ਪਲੱਸ ਦੇ ਨਿਸ਼ਾਨ ਵਾਂਗੂ ਦਿਖ ਰਿਹਾ ਹੈ, ਇਸ ਦੇ ਉੱਤੇ ਜੋ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡਾ ਸਾਰਾ ਡਾਟਾ ਟੇਬਲ ਵਿਚਲਾ ਡਾਟਾ ਸਿਲੈਕਟ ਹੋ ਜਾਏਗਾ। ਟੇਬਲ ਵਿਚਲਾ ਡਾਟਾ ਸਿਲੈਕਟ ਹੋਣ ਤੋਂ ਬਾਅਦ ਤੁਸੀਂ ਲੇਆਊਟ ਟੈਬ ਤੇ ਕਲਿੱਕ ਕਰਕੇ ਅਲਾਈਨਮੈਂਟ ਗਰੁੱਪ ਵਿੱਚੋਂ ਅਲਾਈਨਮੈਂਟ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਨੇ, ਇਹਨਾਂ ਵਿੱਚੋਂ ਤੁਸੀਂ ਟੇਬਲ ਦਾ ਡਾਟਾ ਅਲਾਈਨ ਕਰ ਸਕਦੇ ਹੋ। ਦੇਖੋ ਵੱਖ-ਵੱਖ ਆਪਸ਼ਨਸ ਨੇ, ਜੋ ਆਪਸ਼ਨ ਤੁਹਾਨੂੰ ਬੈਟਰ ਲੱਗਦੀ ਹੈ ਤੁਸੀਂ ਉਹਦੇ ਅਕੋਰਡਿੰਗ ਆਪਣਾ ਡਾਟਾ ਅਲਾਈਨ ਕਰ ਸਕਦੇ ਹੋ। ਇਹੀ ਅਲਾਈਨਮੈਂਟ ਅਸੀਂ ਸਿਲੈਕਟ ਕਰਨ ਤੋਂ ਬਾਅਦ ਟੇਬਲ ਦਾ ਡਾਟਾ ਸਿਲੈਕਟ ਕਰਨ ਤੋਂ ਬਾਅਦ ਰਾਈਟ ਕਲਿੱਕ ਕਰਕੇ ਸੈੱਲ ਅਲਾਈਨਮੈਂਟ ਤੇ ਕਲਿੱਕ ਕਰਕੇ ਵੀ ਚੇਂਜ ਕਰ ਸਕਦੇ ਹਾਂ।
बेटा हुण असी MS वर्ड विच सैल नूं स्प्लिट करन बारे सिखांगे। सब तो पहले जानिए कि स्प्लिटिंग का मतलब की है। सैल नूं स्प्लिट करन तो भाव है एक सैल नूं एक तो वध होर सैल्लां विच वंडना। वो असी किस तरह करांगे? सब तो पहला एक टेबल असी बना लैंदे हां। देखो ਅਸੀਂ जिस भी सैल ਨੂੰ ਸਪਲਿਟ करना है सब तो पहला उस सैल ਵਿੱਚ क्लिक करांगे। ਅਸੀਂ इस सैल ਨੂੰ ਸਪਲਿਟ करते हैं ਇੱਥੇ क्लिक करके फिर लेआउट टैब ਤੇ क्लिक करो। लेआउट टैब ਦੇ ਵਿੱਚ देखो मर्ज ग्रुप ਵਿੱਚ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇ ਰਹੀ ਹੈ ਸਪਲਿਟ ਸੈਲਸ। ਇਸ ਆਪਸ਼ਨ ਤੇ ਜਦੋਂ ਅਸੀਂ ਕਲਿੱਕ ਕਰਾਂਗੇ ਤਾਂ ਇੱਕ ਬਾਕਸ ਦਿਖਾਈ ਦੇਵੇਗਾ ਸਪਲਿਟ ਸੈਲਸ ਦੇ ਨਾਮ ਦਾ ਬਾਕਸ ਹੈ। ਇਹਦੇ ਵਿੱਚ ਅਸੀਂ ਇਸ ਸੈੱਲ ਦੇ ਕਿੰਨੇ ਕਾਲਮ ਜਾਂ ਕਿੰਨੀਆਂ ਰੋਜ਼ ਬਣਾਉਣੀਆਂ ਹਨ ਉਹ ਦੱਸ ਕੇ ਓਕੇ ਤੇ ਕਲਿੱਕ ਕਰਾਂਗੇ। ਦੇਖੋ ਇੱਕ ਸੈੱਲ ਦੇ 3 ਕਾਲਮ ਅਤੇ 2 ਰੋ ਬਣ ਗਈਆਂ ਹਨ। ਇਹ ਹੈ ਸੈੱਲ ਸਪਲਿਟਿੰਗ। ਸੈੱਲ ਨੂੰ ਸਪਲਿਟ ਕਰਨ ਦਾ ਦੂਸਰਾ ਤਰੀਕਾ ਹੈ ਸਪਲਿਟ ਕੀਤੇ ਜਾਣ ਵਾਲੇ ਸੈੱਲ ਤੇ ਰਾਈਟ ਕਲਿੱਕ ਕਰੋ ਜਿਵੇਂ ਅਸੀਂ ਇੱਥੇ ਕਰਦੇ ਹਾਂ। ਇਸ ਵਿੱਚੋਂ ਸਪਲਿਟ ਸੈਲਸ ਆਪਸ਼ਨਸ ਤੇ ਕਲਿੱਕ ਕਰੋ। इस स्प्लिट सैल्स बॉक्स विचों तुसी अपनी रोज़ और कालम्स की गिनती निर्धारित करो। ओके ते क्लिक कर दो। देखो यह सैल स्प्लिट हो गया है। इस विच 4 कालम अते 4 रोज़ बन गए हैं। हुण असी सैल नूं मर्ज करन बारे सिखांगे। सैल मर्ज करन तो भाव है 2 ਜਾਂ 2 ਤੋਂ ਵੱਧ ਸੈੱਲਾਂ ਨੂੰ ਮਿਲਾ ਕੇ ਇੱਕ ਸੈੱਲ ਵਿੱਚ ਤਬਦੀਲ ਕਰ ਦੇਣਾ। ਉਹ ਅਸੀਂ ਕਿਸ ਤਰ੍ਹਾਂ ਕਰਾਂਗੇ? ਜਿਨ੍ਹਾਂ ਸੈੱਲਾਂ ਨੂੰ ਤੁਸੀਂ ਮਰਜ ਕਰਨਾ ਚਾਹੁੰਦੇ ਹੋ ਉਹਨਾਂ ਦੋਨਾਂ ਸੈੱਲਾਂ ਨੂੰ ਜਾਂ 2 ਤੋਂ ਵੱਧ ਸੈੱਲਾਂ ਨੂੰ ਸਿਲੈਕਟ ਕਰੋ ਜਿਵੇਂ ਅਸੀਂ ਇਹਨਾਂ ਨੂੰ ਕਰਦੇ ਹਾਂ। ਸਿਲੈਕਟ ਕਰਕੇ ਲੇਆਊਟ ਟੈਬ ਵਿੱਚ ਮਰਜ ਗਰੁੱਪ ਵਿੱਚੋਂ ਮਰਜ ਸੈਲਸ 'ਤੇ ਕਲਿੱਕ ਕਰ ਦਿਓ। ਦੇਖੋ ਸਾਡੇ ਇਹ 3 ਸੈੱਲ ਜੋ ਸੀਗੇ ਮਰਜ ਹੋ ਕੇ ਇੱਕ ਸੈੱਲ ਵਿੱਚ ਤਬਦੀਲ ਹੋ ਗਏ ਹਨ। ਇਸੇ ਤਰ੍ਹਾਂ ਹੀ ਜੇ ਤੁਸੀਂ ਮਾਊਸ ਨਾਲ ਕਰਨਾ ਚਾਹੁੰਦੇ ਹੋ ਤਾਂ ਮਰਜ ਕੀਤੇ ਜਾਣ ਵਾਲੇ ਸੈੱਲਾਂ ਨੂੰ ਇੱਕ ਸਿਲੈਕਟ ਕਰਕੇ ਰਾਈਟ ਕਲਿੱਕ ਕਰੋ। ਮਰਜ ਸੈਲਸ ਆਪਸ਼ਨਸ ਤੇ ਕਲਿੱਕ ਕਰੋ। ਇਹ ਸੈੱਲ ਮਰਜ ਹੋ ਕੇ ਇੱਕ ਸੈੱਲ ਵਿੱਚ ਤਬਦੀਲ ਹੋ ਗਏ ਹਨ। ਠੀਕ ਹੈ ਸਟੂਡੈਂਟਸ, ਨੈਕਸਟ ਵੀਡੀਓ ਵਿੱਚ ਅਸੀਂ ਮੇਲ ਮਰਜ ਬਾਰੇ ਸਿੱਖਾਂਗੇ।